ਦੇਸ਼ ਅੰਦਰ ਸਮਾਜਿਕ ਬੁਰਾਈਆਂ ਬਹੁਤ ਜ਼ਿਆਦਾ ਨੇ ਤੇ ਉਹਦੇ ਵਾਸਤੇ ਸਮਾਜ ਜ਼ਿੰਮੇਵਾਰ ਹੈ ਔਰ ਦੇਸ਼ ਅੰਦਰ ਕਾਨੂੰਨ ਜਾਗਦਾ ਨੇ, ਲੋਕ ਜਾਗਦੇ ਨੇ ਕੁਝ ਚਿਰ ਲਈ। ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਐਸਿਡ ਅਟੈਕ ਤੋਂ ਪੀੜਤ ਲੋਕ ਨੇ, ਚਾਹੇ ਉਹ ਲੜਕੀਆਂ ਨੇ ਚਾਹੇ ਉਹ ਬੰਦੇ ਨੇ। ਹਾਲ ਹੀ ਜਦੋਂ ਫਿਲਮ ਰਿਲੀਜ਼ ਹੋਈ ਸੀ ਛਪਾਕ ਤੇ ਦੁਨੀਆ ਫੇਰ ਜਾਗੀ ਸੀ ਕਿ ਦੇਸ਼ ਅੰਦਰ ਕਾਨੂੰਨ ਦੇ ਵਿੱਚ ਬਦਲਾਅ ਕਰਨ ਦੇ ਯਤਨ ਕੀਤੇ ਗਏ ਨੇ, ਪਰ ਹਾਲਾਤ ਉੱਥੇ ਨੇ ਕਿ ਗਰਾਊਂਡ ਲੈਵਲ ਤੇ ਉਹ ਫਿਰ ਲਾਗੂ ਨਹੀਂ ਹੁੰਦੇ। ਤੇ ਸਾਡੇ ਨਾਲ ਨੇ ਡਾਕਟਰ ਨਵਪ੍ਰੀਤ ਕੌਰ ਜਿਹੜੇ ਐਡਵੋਕੇਟ ਨੇ, ਉਹਨਾਂ ਨੇ ਕਿਤਾਬ ਆਪਣੀ ਰਿਲੀਜ਼ ਕੀਤੀ ਹੈ ਐਸਿਡ ਅਟੈਕ ਔਨ ਵੂਮਨ ए सोशल लीगल परसपैक्टिव कि समाज और कानून ਨੂੰ ਲੈ ਕੇ ਸਮਾਜ ਜਾਗਦਾ ਤੇ ਕਾਨੂੰਨ ਜਿਹਨੂੰ ਅਸੀਂ ਹਮੇਸ਼ਾ ਇਹ ਸੁਣਿਆ ਕਿ ਕਾਨੂੰਨ ਅੰਧਾ ਹੁੰਦਾ, ਉਹਨੂੰ ਲੈ ਕੇ ਹੀ ਚਰਚਾ ਕਰਾਂਗੇ ਕਿ ਇਹਨਾਂ ਨੇ ਸਟੱਡੀ ਕੀਤੀ ਆ, ਜਿਹੜੀ ਪੀੜਤ ਕੁੜੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਆ, ਦੂਜੇ ਮੁਲਕਾਂ ਦੇ ਨਾਲ ਵੀ ਤੁਲਨਾ ਕੀਤੀ ਆ ਕਿ ਭਾਰਤ ਦੇ ਵਿੱਚ ਹਾਲਾਤ ਜ਼ਿਆਦਾ ਬਦਤਰ ਨੇ ਕਿ ਜਾਂ ਦੂਜੇ ਦੇਸ਼ਾਂ ਦੇ ਵਿੱਚ। ਤੇ ਡਾਕਟਰ ਨਵਪ੍ਰੀਤ ਕੋਲ ਹੀ ਜਾਣਦੇ ਨੇ। ਡਾਕਟਰ ਸਾਹਿਬ ਕੀ ਲੱਗਦਾ ਹੈਗਾ, ਕਿਉਂਕਿ ਤੁਸੀਂ ਕਾਫੀ ਸਟੱਡੀ ਕੀਤੀ ਆ, ਤੁਹਾਡਾ ਥੀਸਿਸ ਵੀ ਆ, ਬੁੱਕ ਦੇ ਰੂਪ ਵਿੱਚ ਵੀ ਆ ਗਏ ਨੇ, ਜਦੋਂ ਲక్ష్ਮੀ ਅਗਰਵਾਲ ਦਾ ਕੇਸ ਆਉਂਦਾ ਤੇ ਪੂਰਾ ਭਾਰਤ ਜਾਗਦਾ ਨੇ ਔਰ ਉਸ ਸਮੇਂ ਬਹੁਤ ਲੋਕਾਂ ਨੂੰ ਲੱਗਦਾ ਸੀ ਕਿ ਨਹੀਂ ਅੱਜ ਤੋਂ ਬਾਅਦ ਜਿਹੜੇ ਇਦਾਂ ਦੇ ਜਿਹੜੀਆਂ ਗਤੀਵਿਧੀਆਂ ਨਹੀਂ ਹੋਣਗੀਆਂ, ਤੇਜ਼ਾਬ ਨਹੀਂ ਸੁੱਟੇ ਜਾਣਗੇ, ਦੁਕਾਨਾਂ ਤੇ ਤੇਜ਼ਾਬ ਨਹੀਂ ਵੇਚੇ ਜਾਣਗੇ। ਕੁਛ ਬਦਲਿਆ ਲੱਗਦਾ ਤੁਹਾਨੂੰ ਕਿ ਹਾਲਾਤ ਉਹੀ ਨੇ? ਦੇਖੋ, ਜਦੋਂ 2013 ਦੇ ਵਿੱਚ ਸੁਪਰੀਮ ਕੋਰਟ ਦੀ ਜਜਮੈਂਟ ਆਈ ਲక్ష్ਮੀ ਵਰਸਸ ਯੂਨੀਅਨ ਆਫ ਇੰਡੀਆ, ਤੇ ਉਸ ਟਾਈਮ ਸਾਨੂੰ ਇਹ ਬਹੁਤ ਲੱਗਾ ਕਿ ਇੰਪੈਕਟ ਹੋਏਗਾ ਇਸ ਚੀਜ਼ ਦਾ। ਐਸਿਡ ਅਟੈਕ ਜੋ ਹੈ, ਐਸਿਡ ਦੀ ਸੇਲ ਜੋ ਹੈ ਉਹ ਰੈਗੂਲੇਟ ਹੋ ਗਈ ਹੈ ਔਰ ਸਾਡੀ ਇੰਡੀਅਨ ਪੀਨਲ ਕੋਡ ਦੇ ਵਿੱਚ ਵੀ ਇੱਕ ਅਮੈਂਡਮੈਂਟ ਹੋਈ ਔਰ 326 A ਐਂਡ B ਇੰਸਰਟ ਕੀਤੇ ਗਏ, ਪਨਿਸ਼ਮੈਂਟ ਨੂੰ ਵਧਾਇਆ ਗਿਆ, ਉਹਨੂੰ ਹੋਰ ਡੈਟਰੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਅਗਰ ਤੁਸੀਂ NCRB ਦਾ ਡੇਟਾ ਦੇਖਦੇ ਹੋ, 2013 ਤੋਂ ਰਿਕਾਰਡਿੰਗ ਸ਼ੁਰੂ ਹੋਈ, 2013-14 ਦੇ ਵਿੱਚ 66 ਕੇਸ ਨੇ ਔਰ ਇਸ ਟਾਈਮ ਦੇ ਵਿੱਚ ਉਹ ਵੱਧ ਕੇ 250 ਤੋਂ 300 ਦੇ ਕਰੀਬ ਹੋ ਗਏ ਨੇ 2018 ਦਾ, ਅਗਰ ਤੁਸੀਂ ਡਾਟਾ ਦੇਖੋ। ਔਰ ਲੋਕਡਾਊਨ ਦੇ ਵਿੱਚ ਵੀ ਐਸਿਡ ਅਟੈਕ ਹੋ ਰਹੇ ਨੇ। ਇਹਦੇ ਤੋਂ ਮੈਨੂੰ ਇਹੀ ਲੱਗਦਾ ਕਿ ਜੋ ਐਸਿਡ ਸੇਲ ਹੈ ਉਹਦੀ ਰੈਗੂਲੇਸ਼ਨ ਨਹੀਂ ਹੋਈ। ਐਸਿਡ ਅਜੇ ਵੀ ਲੋਕੀ ਕਿਸੇ ਵੀ ਤਰੀਕੇ ਨਾਲ ਆਰਾਮ ਨਾਲ ਖਰੀਦ ਕੇ ਬਹੁਤ ਸਾਰੀ ਲੜਕੀਆਂ ਦੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਔਰ ਤੇਜ਼ਾਬ ਪਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਤੇਜ਼ਾਬੀ ਬਣਾ ਰਹੇ ਨੇ। ਲੱਗਦਾ ਕਿ ਗਰਾਊਂਡ ਲੈਵਲ ਤੇ ਸਰਕਾਰਾਂ ਨੇ ਕੰਮ ਨਹੀਂ ਕੀਤੀ, ਜਾਂ ਵੱਖ-ਵੱਖ ਸਰਕਾਰਾਂ ਜਦੋਂ ਸੁਪਰੀਮ ਕੋਰਟ ਜਾ ਕੇ ਐਫੀਡੇਵਿਟ ਦਿੰਦੀਆਂ ਨੇ ਜਾਂ ਅਦਾਲਤਾਂ ਵਿੱਚ ਐਫੀਡੇਵਿਟ ਦਿੰਦੇ, ਉਹ ਸਿਰਫ ਖਾਨਾ ਪੂਰਤੀ ਹੈ ਕਿ ਅੱਜ ਵੀ ਜਿਹੜਾ ਐਸਿਡ ਆਰਾਮ ਦੇ ਨਾਲ ਦੁਕਾਨ ਤੇ ਵਿਕ ਰਹੇ ਨੇ। ਦੇਖੋ, ਐਸਿਡ ਅਟੈਕ ਵਰਗੇ ਕ੍ਰਾਈਮ ਨੂੰ ਰੋਕਣਾ ਹਰ ਇੱਕ ਇਨਸਾਨ ਦੀ ਜ਼ਿੰਮੇਵਾਰੀ ਹੈ। ਗ੍ਰਾਸ ਰੂਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ, ਪਾਰਲੀਮੈਂਟ, ਹਰ ਇੱਕ ਇਨਸਾਨ ਦੀ ਜ਼ਿੰਮੇਵਾਰੀ ਹੈ। ਉਹਦੇ ਵਿੱਚ ਹਰ ਡਿਪਾਰਟਮੈਂਟ ਆਉਂਦਾ, ਪੁਲਿਸ ਆਉਂਦਾ, ਜੁਡੀਸ਼ਰੀ ਆਉਂਦਾ। ਅਗਰ ਹਰ ਇਨਸਾਨ, ਦੁਕਾਨਦਾਰ ਤੋਂ ਲੈ ਕੇ ਪੁਲਿਸ ਤੋਂ ਲੈ ਕੇ SDM ਤੱਕ, ਜਿਨ੍ਹਾਂ ਤੇ ਇਹ ਡਿਊਟੀ ਹੈ ਕਿ ਐਸਿਡ ਫ੍ਰੀਲੀ ਸੇਲ ਨਾ ਹੋਵੇ, ਉਹ ਆਪਣੀ ਡਿਊਟੀ ਨੂੰ ਨਿਭਾਉਣਗੇ। ਔਰ ਉਸ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਜੋ ਹੈ ਅਵੇਅਰਨੈਸ ਕਰਨਾ। ਮੈਂ ਬਹੁਤ ਦੁਕਾਨਾਂ ਤੇ ਗਈ, ਐਸਿਡ ਮੰਗਿਆ ਕਿ ਮੈਨੂੰ ਐਸਿਡ ਚਾਹੀਦਾ, ਬੜੇ ਆਰਾਮ ਨਾਲ 30 ਤੋਂ 40 ਰੁਪਏ ਦੀ ਬੋਟਲ ਮਿਲ ਰਹੀ ਸੀ। ਮੈਂ ਉਹਨਾਂ ਨੂੰ ਜਿਵੇਂ ਦੱਸਿਆ ਕਿ ਹਾਂ ਇਹ ਐਸਿਡ ਸੇਲ ਤੁਸੀਂ ਫ੍ਰੀਲੀ ਨਹੀਂ ਕਰ ਸਕਦੇ ਹੋ, ਤੁਹਾਡੇ ਕੋਲ ਲਾਇਸੈਂਸ ਹੈ, ਤੁਸੀਂ ਮੇਰੇ ਕੋਲੋਂ ਆਈ ਕਾਰਡ ਨਹੀਂ ਮੰਗਿਆ। ਐਂਡ ਸ਼ੌਪਕੀਪਰਸ ਨੇ ਕਿਹਾ ਕਿ ਸਾਨੂੰ ਤਾਂ ਇਹਨਾਂ ਰੂਲਸ ਬਾਰੇ ਪਤਾ ਹੀ ਨਹੀਂ ਹੈ। ਤੇ ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਲੋਕਾਂ ਨੂੰ ਜਾਗਰੂਕ ਕਰਨਾ। ਜਾਗਰੂਕ ਕਰਨ ਦੇ ਨਾਲ ਉਹਨਾਂ ਨੂੰ ਸੈਂਸਿਟਾਈਜ਼ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਕਿ ਇਹੋ ਜਿਹਾ ਕੰਮ ਅਗਰ ਐਸਿਡ ਸੇਲ ਹੀ ਨਹੀਂ ਹੋਏਗਾ ਤੇ ਐਸਿਡ ਅਟੈਕ ਨਹੀਂ ਹੋਣਗੇ। ਇਸ ਲਈ ਗ੍ਰਾਸ ਰੂਟ ਤੋਂ ਲੈ ਕੇ ਹਾਈ ਲੈਵਲ ਤੱਕ ਸਭ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਔਰ ਸਭ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਜ਼ਿਆਦਾ ਦੇਸ਼ ਦੇ ਵਿੱਚ ਜ਼ਿਆਦਾ ਕਿਹੜੇ ਕਿਸ ਸਟੇਟ ਦੇ ਵਿੱਚ ਇਹਦਾ ਕੇਸ ਤੁਹਾਨੂੰ ਦੇਖਣ ਨੂੰ ਮਿਲੇ ਨੇ? ਜ਼ਿਆਦਾਤਰ ਇਹ ਕੇਸ ਵੈਸਟ ਬੰਗਾਲ, UT ਦੇ ਵਿੱਚ ਤੁਸੀਂ ਕਹਿ ਲਓ, ਦਿੱਲੀ ਔਰ ਪੰਜਾਬ ਦੇ ਵਿੱਚ ਬਹੁਤ ਹਾਈ ਨੰਬਰ ਤੇ ਕੇਸਿਸ ਹੈ। UP ਔਰ ਵੈਸਟ ਬੰਗਾਲ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਨੇ ਔਰ ਫੀਮੇਲਸ ਤੇ ਜ਼ਿਆਦਾ ਨੰਬਰ ਨੇ। ਇਸ ਲਈ ਸਾਰੇ ਐਸਿਡ ਅਟੈਕ ਵਿਕਟਿਮਸ ਹੁੰਦੀਆਂ। ਇਸ ਲਈ ਮੈਂ ਆਪਣੀ ਸਟੱਡੀ ਤੇ ਵੂਮਨ ਤੇ ਜ਼ਿਆਦਾ ਫੋਕਸ ਕੀਤਾ। ਉਹਨੇ ਰਿਕਾਰਡ ਹੋ ਰਹੇ ਕਿ ਨਹੀਂ ਜ਼ਿਆਦਾ ਅਨਰਿਕਾਰਡਡ ਹੈ, ਜਾਂ ਲੋਕ ਦਬਾਅ ਹੇਠ ਕੇਸ ਵਾਪਸ ਲੈਂਦੇ, ਜਾਂ ਪੁਲਿਸ ਤੱਕ ਪਹੁੰਚ ਨਹੀਂ ਪਾਉਂਦੇ, ਜਾਂ ਪੁਲਿਸ ਪ੍ਰੈਸ਼ਰ ਪਾ ਦਿੰਦੀ, ਜਾਂ ਪੋਲੀਟੀਕਲ ਲੋਕਾਂ ਦੀ ਇਨਵੋਲਵਮੈਂਟ ਹੋ ਜਾਂਦੀ?
ਦੇਖੋ ਅਗਰ ਅਸੀਂ ਰਿਐਲਿਟੀ 'ਚ ਦੇਖੀਏ ਤੇ ਕਾਫੀ ਸਾਰੇ ਕੇਸਿਸ ਐਵੇਂ ਨੇ ਜੋ ਕਿ ਅਨਰਿਪੋਰਟਡ ਹੁੰਦੇ ਨੇ। ਜਦੋਂ ਮੈਂ ਰਿਸਰਚ ਕੀਤੀ ਮੈਂ ਕਾਫੀ ਕੇਸਿਸ ਐਵੇਂ ਦੇ ਦੇਖੇ ਜਿਹੜੇ ਕਿ ਅਨਰਿਪੋਰਟਡ ਨੇ, ਔਰ ਕੁਝ ਤਾਂ ਜਿਵੇਂ ਵੂਮਨ ਹੈ ਉਹਨਾਂ ਨੇ ਡਰ ਕੇ ਕਿ ਮੇਰੇ ਹਸਬੰਡ ਨੇ ਹੀ ਮੇਰੇ ਤੇ ਅਟੈਕ ਕੀਤਾ, ਅਗਰ ਮੇਰਾ ਹਸਬੰਡ ਜੇਲ੍ਹ ਵਿੱਚ ਚਲਾ ਗਿਆ ਤੇ ਮੈਂ ਉਹਦੇ ਤੋਂ ਬਿਨਾਂ ਕਿਵੇਂ ਜੀਵਾਂਗੀ, ਮੈਂ ਇਕੱਲੀ ਕਿਵੇਂ ਜੀਵਾਂਗੀ। ਉਹਨੇ ਕੇਸ ਵਾਪਸ ਲੈ ਲਿਆ। ਔਰ ਕਾਫੀ ਮੈਂ ਜਿੱਥੋਂ ਕਹੂੰਗੀ ਯੂਪੀ ਦੇ ਵਿੱਚ ਇੱਦਾਂ ਦੇ ਕੇਸਿਸ ਅਨਰਿਪੋਰਟਡ ਕਾਫੀ ਮੈਨੂੰ ਦੇਖਣ ਨੂੰ ਮਿਲੇ। ਪੰਜਾਬ 'ਚ ਜਿਹੜੇ ਤੁਸੀਂ ਕੇਸ ਸਟੱਡੀ ਕੀਤੇ ਕਿ ਇਹ ਇਹਨਾਂ ਦੀ ਨੇਚਰ ਕੀ ਸੀ, ਰਿਵੈਂਜ ਸੀ ਕਿ ਕੋਈ ਹੋਰ ਮਲਟੀਪਲ ਕਾਰਨ? ਜ਼ਿਆਦਾਤਰ ਜਿਹੜੇ ਕੇਸਿਸ ਨੇ, ਮੋਸਟ ਆਫ ਦਾ ਕੇਸਿਸ ਆਈ ਕੈਨ ਸੇ 60 to 70 ਕੇਸਿਸ, ਰੀਜ਼ਨ ਉਹੀ ਹੈ ਅਨਰਿਕੁਏਟਡ ਲਵ। ਠੀਕ ਹੈ, ਬਟ ਡੋਰੀ ਵੀ ਇੱਕ ਕਾਰਨ ਹੈ, ਜੈਲਸ ਵੀ ਕਾਰਨ ਹੈ, ਔਰ ਲੈਂਡ ਡਿਸਪਿਊਟ ਵੀ ਇਹਨਾਂ ਇੱਕ ਕਾਰਨ ਹੈ। ਬਟ ਸਭ ਤੋਂ ਵੱਡਾ ਸਾਡੀ ਪੈਟਰੀਆਰਕਲ ਸੁਸਾਇਟੀ। ਇਹ ਦੱਸੋ ਕਿ ਲੀਗਲ ਜਿਹੜਾ ਜੁਡੀਸ਼ਰੀ ਲੈਵਲ ਤੱਕ ਜਾਂ ਜਿਹੜਾ ਪੁਲਿਸ ਲੈਵਲ ਤੱਕ ਹਾਲੇ ਵੀ ਜਿੱਥੇ ਤੁਹਾਨੂੰ ਮਹਿਸੂਸ ਕਰਦੇ ਜਾਂ ਤੁਸੀਂ ਜਿਹੜੀ ਇਹਦੇ 'ਚ ਆਪਣਾ ਸਟੱਡੀ ਕੀਤੀ ਹੈਗੀ, ਗ੍ਰੇ ਕਾਫੀ ਏਰੀਆ ਹੈ ਕਿ ਜਾਂ ਵੈਸੇ ਇਮਾਨਦਾਰੀ ਨਹੀਂ ਹੈ ਕਿ ਜਾਂ ਸਾਡਾ ਪੁਲਿਸ ਸਿਸਟਮ ਦੇ ਵਿੱਚ ਜਾਂ ਸਮਾਜ ਜਿਹੜਾ ਵਰਤਾਰਾ ਹੈਗਾ ਕਿ ਪ੍ਰੈਸ਼ਰ ਡਿਲੇ ਸਭ ਕੁਝ ਇਦਾਂ ਦੇ ਜ਼ਿਆਦਾ ਐਕਸ਼ਨ ਹੋ ਰਹੇ ਨੇ? ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਹੈ ਉਹਨੂੰ ਜਸਟਿਸ ਪਹੁੰਚਾਉਣ ਦੇ ਲਈ ਅਸੀਂ ਅਗਰ ਕਾਗਜ਼ੀ ਕਾਰਵਾਈ ਥੋੜੀ ਘੱਟ ਕਰਾਂਗੇ ਤਾਂ ਜਸਟਿਸ ਮਿਲੇਗਾ। ਠੀਕ ਹੈ, ਇਮਾਨਦਾਰੀ ਤੋਂ ਜ਼ਿਆਦਾ ਅਸੀਂ ਅਗਰ ਪ੍ਰੋ ਵਿਕਟਿਮ ਹੋ ਕੇ ਸੋਚੀਏ, ਆਪਣੇ ਆਪ ਨੂੰ ਵਿਕਟਿਮ ਦੀ ਥਾਂ ਹੋ ਕੇ ਸੋਚੀਏ, ਅਗਰ ਮੈਂ ਇਹ ਪੁਲਿਸ ਵਾਲੀ ਹਾਂ ਜਾਂ ਮੈਂ ਜੁਡੀਸ਼ੀਅਲ ਆਫਿਸਰ ਹਾਂ ਤੇ ਫਿਰ ਮੈਂ ਜ਼ਿਆਦਾ ਜਸਟਿਸ ਅੱਛੀ ਤਰ੍ਹਾਂ ਕਰ ਪਾਉਂਗੀ। ਅਗਰ ਮੈਂ ਕਹਾਂ ਕਿ ਸਾਲ ਦੇ 250 ਤੋਂ 300 ਕੇਸਿਸ ਹੈ ਔਰ ਕਨਵਿਕਸ਼ਨ ਰੇਟ 5 ਤੋਂ 10% ਦੀ ਹੈ ਹਰ ਸਾਲ, ਤੇ ਉੱਥੇ ਕੁਐਸਚਨ ਰੇਜ਼ ਹੁੰਦਾ ਹੈ ਕਿ ਜਸਟਿਸ ਕਿੱਥੇ ਹੈ, ਐਂਡ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਅੱਛਾ, ਇਹ ਤੁਹਾਨੂੰ ਲੱਗਦਾ ਇਹ ਫਾਸਟ ਟਰੈਕ ਕੋਰਟ 'ਚ ਜਾ ਰਿਹਾ ਕਿ ਨਾਰਮਲ ਪ੍ਰੋਸੈਸ 'ਚ ਕੇਸ ਨਿਪਟੇ ਜਾ ਰਹੇ ਨੇ? ਇਹ ਕੁਝ ਸਮੇਂ ਤੋਂ ਫਾਸਟ ਟਰੈਕ ਵਿੱਚ ਜਾ ਰਿਹਾ ਹੈ, ਪਰ ਅਗਰ ਮੈਂ ਕੰਪਨਸੇਸ਼ਨ ਦੀ ਗੱਲ ਕਰਾਂ ਜੋ ਮੈਂ ਪਰਸਨਲੀ ਆਬਜ਼ਰਵ ਕੀਤਾ ਹੈ, ਕੰਪਨਸੇਸ਼ਨ ਟਾਈਮਲੀ ਨਹੀਂ ਮਿਲਦਾ। ਇਹ ਸਾਰੀਆਂ ਸਟੇਟਾਂ ਦੇ ਏਰੀਆ ਹੈਗੀਆਂ ਟ੍ਰੀਟਮੈਂਟ ਵਾਸਤੇ ਕਿ ਜਾਂ ਉਸ ਤੋਂ ਅੱਗੇ ਵੀ ਉਹਨਾਂ ਦੇ ਅੱਗੇ ਗੁਜ਼ਾਰੇ ਵਾਸਤੇ ਵੀ ਕੁਝ ਨਾ ਕੁਝ ਦਿੱਤਾ ਜਾ ਰਿਹਾ? ਦੇਖੋ ਆਲ ਓਵਰ ਇੰਡੀਆ ਜਦੋਂ 2013 ਕ੍ਰਿਮੀਨਲ ਪ੍ਰੋਸੀਜਰ ਕੋਡ 'ਚ ਵੀ ਅਮੈਂਡਮੈਂਟ ਹੋਈ ਸੀ, 357 ਸੈਕਸ਼ਨ ਜੋ ਹੈ 357 ਏ ਵੀ ਬਣਿਆ। ਸਾਡੇ ਸਟੇਟ ਜਿਹੜੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਹੈ ਉਹ ਵੀ ਕੰਪਨਸੇਸ਼ਨ ਦਿੰਦੀ ਹੈ, ਔਰ ਸਾਡੀ ਜੋ ਸਟੇਟ ਗਵਰਨਮੈਂਟ ਹੈ ਯੂਟੀ ਗਵਰਨਮੈਂਟ ਹੈ ਉਹ ਵੀ ਕੰਪਨਸੇਸ਼ਨ ਦਿੰਦੀ ਹੈ। ਕੰਪਨਸੇਸ਼ਨ ਦੇ ਪ੍ਰੋਵੀਜ਼ਨ ਤਾਂ ਆਲ ਓਵਰ ਇੰਡੀਆ ਹੈ, ਪਰ ਜਿਹੜੀ ਪੈਨਸ਼ਨ ਦੀ ਪ੍ਰੋਵੀਜ਼ਨ ਹੈ ਉਹ ਬਸ 1-2 ਸਟੇਟਸ ਵਿੱਚ ਹੈ। ਪੰਜਾਬ ਦੇ ਵਿੱਚ ਹੈ, ਚੰਡੀਗੜ੍ਹ ਦੇ ਵਿੱਚ ਹੈ, ਔਰ ਉੱਤਰਾਖੰਡ ਨੇ ਰੀਸੈਂਟਲੀ ਅਨਾਉਂਸ ਕੀਤਾ ਸੀ ਕਿ ਅਸੀਂ ਪੈਨਸ਼ਨ ਸਟਾਰਟ ਕਰਾਂਗੇ, ਲੇਕਿਨ ਪੈਨਸ਼ਨ ਸਟਾਰਟ ਨਹੀਂ ਹੋਈ। ਪੈਨਸ਼ਨ ਦਾ ਕੀ ਇਹਨਾਂ ਕ੍ਰਾਈਟੇਰੀਆ ਰੱਖਿਆ ਗਿਆ ਜੀ? ਪੈਨਸ਼ਨ ਦਾ ਕ੍ਰਾਈਟੇਰੀਆ ਜੋ ਪੰਜਾਬ ਵਿੱਚ ਹੈ ਕਿ 40% ਬਰਨ ਹੋਵੇ ਤਾਂ ਪੈਨਸ਼ਨ ਮਿਲੇਗੀ, ਔਰ ਸਿਰਫ ਫੀਮੇਲ ਨੂੰ ਮਿਲੇਗੀ। ਇੱਥੇ ਵੀ ਜੈਂਡਰ ਇਨਇਕੁਐਲਿਟੀ ਹੈ, ਔਰ 40% ਬਰਨ ਅਗਰ ਕੋਈ ਇਨਸਾਨ 20% ਬਰਨ ਹੈ, ਐਸਿਡ ਅਟੈਕ ਤਾਂ ਉਹਦੇ ਤੇ ਵੀ ਹੋਇਆ, ਦਰਦ ਤਾਂ ਉਹਨੇ ਵੀ ਉਨਾ ਹੀ ਸਹਿਆ ਨਾ। ਤਾਂ ਮੇਰੇ ਖਿਆਲ ਨਾਲ ਹਰੇਕ ਉਸ ਪਰਸਨ ਜਿਹਦੇ ਤੇ ਐਸਿਡ ਅਟੈਕ ਹੋਇਆ ਉਹਨੂੰ ਪੈਨਸ਼ਨ ਮਿਲਣੀ ਚਾਹੀਦੀ। ਸਿਰਫ 8000 ਰੁਪਏ ਸਟੇਟ ਗਵਰਨਮੈਂਟ ਦੇ ਰਹੀ ਹੈਗੇ ਤੇ ਜਿਹੜੇ 20% ਜਾਂ ਉਸ ਤੋਂ 40% ਤੋਂ ਲੋਕ ਜਿਹੜੇ ਘੱਟ ਨੇ ਪੀੜਤ ਹੁੰਦੇ ਨੇ ਉਹਨਾਂ ਨੂੰ ਹੋਰ ਕੋਈ ਕਿਸ ਤਰ੍ਹਾਂ ਦੀ ਕੰਪਨਸੇਸ਼ਨ? ਉਹਨਾਂ ਨੂੰ ਵੈਸੇ ਅਦਰਵਾਈਜ਼ ਕੰਪਨਸੇਸ਼ਨ ਮਿਲਦਾ ਹੈ, ਜੋ ਇੱਕ ਫਾਰਮੈਟ ਬਣਾਇਆ ਹੋਇਆ ਜਾਂ ਇੱਕ ਤਰੀਕਾ ਹੈ ਕਿ ਇੰਨੇ ਤੋਂ ਇੰਨੇ % ਬਰਨ ਵਾਲਿਆਂ ਨੂੰ 3 ਲੱਖ ਤੋਂ ਲੈ ਕੇ 10 ਲੱਖ। ਔਰ ਇੱਕ ਹੈਰਾਨੀ ਦੀ ਗੱਲ ਹੈ ਕਿ ਲక్ష్ਮੀ ਵਰਸਸ ਯੂਨੀਅਨ ਆਫ ਇੰਡੀਆ ਤੋਂ ਪਹਿਲਾਂ 5000 ਤੋਂ 50000 ਤੱਕ ਦਾ ਕੰਪਨਸੇਸ਼ਨ ਮਿਲਦਾ ਸੀ ਮੁਸ਼ਕਿਲ ਨਾਲ, ਔਰ 5000 ਤੱਕ ਕੰਪਨਸੇਸ਼ਨ ਅਗਰ ਤੁਸੀਂ ਕਹੋ ਕਿਸੇ ਨੂੰ ਫ੍ਰੈਕਚਰ ਵੀ ਹੋ ਜਾਏ ਪੈਰ ਵਿੱਚ ਤੇ 5000 ਤੋਂ ਵੀ ਜ਼ਿਆਦਾ ਖਰਚਾ ਲੱਗਦਾ ਹੈ। ਔਰ ਤੁਸੀਂ ਜੋ ਐਸਿਡ ਅਟੈਕ ਸਰਵਾਈਵਰ ਜਿਹੜੀਆਂ 15 ਤੋਂ 50 ਤੱਕ ਸਰਜਰੀਜ਼ ਹੋ ਜਾਂਦੀ ਹੈ, ਕਈ ਵਾਰ ਉਹ ਬਲਾਈਂਡ ਵੀ ਹੋ ਜਾਂਦਾ ਹੈ, 5000 ਵਿੱਚ ਉਹ ਆਪਣਾ ਖਰਚਾ ਕਿਵੇਂ ਕਰਦਾ? ਫਿਰ ਲక్ష్ਮੀ ਨੇ ਇਹ ਕੁਐਸਚਨ ਰੇਜ਼ ਕੀਤਾ ਸੀਗਾ ਕਿ ਕੰਪਨਸੇਸ਼ਨ ਹੋਣਾ ਚਾਹੀਦਾ ਹੈ। ਫਿਰ ਉਸ ਤੋਂ ਬਾਅਦ 2013 ਵਿੱਚ ਜਜਮੈਂਟ ਆਉਂਦੀ ਹੈ ਕਿ 3 ਲੱਖ ਦਾ ਕੰਪਨਸੇਸ਼ਨ ਹੋਣਾ ਜ਼ਰੂਰੀ ਹੈ। ਫਿਰ ਪਰਿਵਰਤਨ ਕੇਂਦਰ ਦਾ ਕੇਸ ਆਉਂਦਾ ਹੈ 2016 ਦੇ ਵਿੱਚ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸਿਰਫ 3 ਲੱਖ ਕੰਪਨਸੇਸ਼ਨ ਨਹੀਂ ਦਿੱਤਾ ਜਾਏਗਾ, ਮਿਨੀਮਮ 3 ਲੱਖ ਕੰਪਨਸੇਸ਼ਨ ਦਿੱਤਾ ਜਾਏਗਾ, ਉਸ ਤੋਂ ਵੱਧ ਜਿੰਨਾ ਬਰਨ ਪਰਸੈਂਟੇਜ ਹੈ ਉਹਦੇ ਤੇ ਡਿਪੈਂਡ ਹੋਏਗਾ। ਔਰ 2018 ਦੇ ਵਿੱਚ ਨਿਪੁੰਨ ਸਕਸੇਨਾ ਵਰਸਸ ਯੂਨੀਅਨ ਆਫ ਇੰਡੀਆ ਦਾ ਕੇਸ ਆਉਂਦਾ ਹੈ, ਜਿਹਦੇ ਵਿੱਚ ਨਾਲਸਾ ਸਕੀਮਾਂ ਨੂੰ ਅਪਰੂਵ ਕੀਤਾ ਜਾਂਦਾ ਹੈ ਔਰ ਕੰਪਨਸੇਸ਼ਨ ਦੀ ਅਮਾਉਂਟ ਕਾਫੀ ਹੱਦ ਤੱਕ ਵਧਾ ਦਿੱਤੀ ਜਾਂਦੀ ਹੈ। ਕਿਉਂਕਿ ਲੀਗਲ ਬੈਕਗ੍ਰਾਉਂਡ ਮਹਿਸੂਸ ਕਰਦੇ ਕਿ ਐਕਟ ਚੰਗਾ ਬਣ ਗਿਆ, ਕਾਨੂੰਨ ਚੰਗੇ ਬਣ ਗਏ ਹੈਗੇ, ਕਿਤੇ ਨਾ ਕਿਤੇ ਜਿਹੜਾ ਪ੍ਰੋਸੈਸ ਉਹ ਜ਼ਿਆਦਾ ਡਿਲੇ ਹੈ? ਹਾਂਜੀ,
ਕਾਨੂੰਨ ਤੇ ਸਖਤ ਹੈ, ਇਸ ਤੋਂ ਜ਼ਿਆਦਾ ਸਖਤ ਨਹੀਂ ਹੋ ਸਕਦੇ। ਨਹੀਂ, ਕਾਨੂੰਨ ਦੇਖੋ ਸਖਤ ਹੈ, ਪਰ ਅਜੇ ਤੱਕ ਅਗਰ ਉਹਦਾ ਅਸੀਂ ਡੈਟਰੈਂਟ ਇਫੈਕਟ ਦੇਖੀਏ ਨਹੀਂ ਹੋਇਆ। ਦੇਖੋ ਲਾਜ਼ ਬਣ ਜਾਂਦੇ ਆ, ਬਟ ਲਾਜ਼ ਦੀ ਇੰਪਲੀਮੈਂਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਲਾਜ਼ ਨੂੰ ਅਗਰ ਅਸੀਂ ਇੰਪਲੀਮੈਂਟ ਹੀ ਨਹੀਂ ਕਰਾਂਗੇ ਤਾਂ ਉਹਦਾ ਡੈਟਰੈਂਟ ਇਫੈਕਟ ਕਦੀ ਬਣ ਨਹੀਂ ਪਾਏਗਾ। ਅਗਰ ਕੰਪੈਰੀਜ਼ਨ ਦੀ ਗੱਲ ਕਰੀਏ, ਬੰਗਲਾਦੇਸ਼ ਦੇ ਵਿੱਚ ਪਨਿਸ਼ਮੈਂਟ ਹੈ ਐਸਿਡ ਅਟੈਕ ਦੀ ਡੈਥ ਪੈਨਲਟੀ, ਤੇ ਉੱਥੇ ਪਿਛਲੇ ਕਈ ਸਾਲਾਂ 'ਚ ਅਗਰ ਅਸੀਂ ਪਿਛਲੇ 7-8 ਸਾਲਾਂ ਤੋਂ ਦੇਖੀਏ ਤੇ ਐਸਿਡ ਅਟੈਕ ਦੇ ਕੇਸਿਸ ਬਹੁਤ ਘਟ ਗਏ ਔਰ ਨਾ ਮਾਤਰ ਦੇ ਕਰੀਬ ਆ ਗਏ, ਜਿੱਥੇ ਹਜ਼ਾਰਾਂ ਦਾ ਕੇਸ ਆਉਂਦੇ ਸੀ ਇੱਕ ਸਾਲ ਦੇ ਵਿੱਚ। ਇਸ ਲਈ ਮੇਰੇ ਖਿਆਲ ਨਾਲ ਇੰਡੀਆ ਦੇ ਵਿੱਚ ਵੀ ਜੇ ਤੁਸੀਂ ਐਸਿਡ ਅਟੈਕ ਹੋ ਰਿਹਾ ਹੈ, ਉਹਦੇ ਨਾਲ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਪੂਰੀ ਜ਼ਿੰਦਗੀ ਉਹ ਬੈਡ ਰਿਡਨ ਹੋ ਜਾਂਦਾ, ਬਲਾਈਂਡ ਹੋ ਜਾਂਦਾ, ਤੇ ਅਸੀਂ ਡੈਥ ਪੈਨਲਟੀ ਵਾਲੀ ਪਨਿਸ਼ਮੈਂਟ ਵੀ ਕਰਨੀ ਚਾਹੀਦੀ ਹੈ। ਇੰਡੀਆ 'ਚ ਮੈਕਸਿਮਮ 10 ਸਾਲ नहीं, मिनिमम 10 साल है, मैक्सिमम लाइफ इंप्रिजनमेंट है। और अगर वो मर्डर ਦਾ ਕੇਸ ਬਣ ਜਾਂਦਾ ਹੈ ਤੇ ਫਿਰ ਡੈਥ ਪੈਨਲਟੀ ਦੇ ਚਾਂਸਸ ਹੈ, ਲੇਕਿਨ ਸਾਡੇ ਦੇਸ਼ ਦੇ ਵਿੱਚ ਡੈਥ ਪੈਨਲਟੀ ਬਹੁਤ ਰੇਅਰੈਸਟ ਟੂ ਰੇਅਰੈਸਟ ਕੇਸ ਵਿੱਚ ਦਿੱਤੀ ਜਾਂਦੀ ਹੈ। ਜਿਹੜਾ ਬੰਗਲਾਦੇਸ਼ ਦਾ ਲਾਅ ਵਾ ਉਹ ਸਾਡੇ ਨਾਲੋਂ ਜ਼ਿਆਦਾ ਬੈਟਰ ਫਿਰ ਹੋਇਆ ਜੀ। ਦੇਖੋ ਅਗਰ ਅਸੀਂ ਕੰਪੈਰੀਜ਼ਨ ਕਰੀਏ ਉਹਦਾ ਡੈਟਰੈਂਟ ਇਫੈਕਟ ਦੀ, ਤੇ ਆਬਵੀਅਸਲੀ ਰਿਜ਼ਲਟ ਦੇਖੀਏ ਅਸੀਂ, ਕੇਸਿਸ ਘਟੇ ਨੇ ਤੇ ਉਹ ਸਾਡੇ ਨਾਲੋਂ ਕਿਤੇ ਬੈਟਰ ਹੈ। ਏਸ਼ੀਅਨ ਕੰਟਰੀ 'ਚ ਜ਼ਿਆਦਾ ਦੇਖਣ ਨੂੰ ਮਿਲੀ ਜਿਹੜੀ ਤੁਸੀਂ ਸਟੱਡੀ ਕੀਤੀ ਹੈਗੀ, ਕਿ ਜਾਂ ਯੂਰਪੀਅਨ ਕੰਟਰੀ ਜਾਂ ਅਮਰੀਕਨ ਕੰਟਰੀ 'ਚ ਵੀ ਹੈ? ਸਭ ਤੋਂ ਜ਼ਿਆਦਾ ਏਸ਼ੀਅਨ ਕੰਟਰੀਜ਼ ਦੇ ਵਿੱਚ ਹੀ ਹੈ ਐਸਿਡ ਅਟੈਕ, ਔਰ ਏਸ਼ੀਅਨ ਕੰਟਰੀਜ਼ ਤੋਂ ਇਲਾਵਾ ਯੂ ਕੈਨ ਸੇ ਯੂਕੇ ਵਿੱਚ ਹੈ। ਅਗਰ ਅਸੀਂ ਬਾਕੀ ਕੰਟਰੀਜ਼ ਯੂਐਸਏ ਵਰਗੀ ਡਿਵੈਲਪਡ ਕੰਟਰੀਜ਼ ਦੇ ਵਿੱਚ ਦੇਖੀਏ ਜਾਂ ਆਸਟ੍ਰੇਲੀਆ ਡਿਵੈਲਪਡ ਕੰਟਰੀ ਵਿੱਚ ਦੇਖੀਏ ਤਾਂ ਕੇਸਿਸ ਨਾ ਮਾਤਰ ਨੇ। ਆਪਣੇ ਕਾਰਨ ਕੀ ਮੰਨਦੇ ਹੈਗੇ ਤੁਸੀਂ ਇੰਨਾ ਜ਼ਿਆਦਾ ਹੈਗਾ ਜੀ? ਦੇਖੋ ਸਭ ਤੋਂ ਪਹਿਲਾਂ ਤਾਂ ਪੈਟਰੀਆਰਕਲ ਸੁਸਾਇਟੀ, ਸਾਡੇ ਦੇਸ਼ ਵਿੱਚ ਇਨਇਕੁਐਲਿਟੀ ਬਹੁਤ ਹੈ। ਹਮੇਸ਼ਾ ਤੋਂ ਲੜਕੀ ਨੂੰ ਇਨਫੀਰੀਅਰ, ਲੜਕੇ ਨੂੰ ਸੁਪੀਰੀਅਰ ਮੰਨਿਆ ਜਾਂਦਾ ਹੈ। ਬਚਪਨ ਤੋਂ ਹੀ ਇਹਦੀ ਬ੍ਰੌਟਅਪ ਇੱਦਾਂ ਕੀਤਾ ਜਾਂਦਾ ਹੈ ਕਿ ਲੜਕੇ ਨੂੰ ਕਦੀ ਨਾ ਨਹੀਂ ਹੁੰਦੀ। ਜਦੋਂ ਗਰੋ ਅਪ ਹੁੰਦਾ ਹੈ, ਲੜਕੀ ਨੂੰ ਪ੍ਰਪੋਜ਼ ਕਰਦਾ ਉਹ ਨਾ ਉਹ ਬਰਦਾਸ਼ਤ ਨਹੀਂ ਹੁੰਦੀ, ਈਗੋ ਪ੍ਰੋਬਲਮ ਆ ਜਾਂਦੀ ਹੈ। ਸੈਕੰਡਲੀ ਸਾਡੇ ਜੋ ਇੱਕ ਈਜ਼ੀ ਚੀਪ ਐਂਡ ਈਜ਼ੀ ਅਵੇਲੇਬਿਲਿਟੀ ਆਫ ਐਸਿਡ, ਤੁਸੀਂ ਕਿਤੇ ਵੀ ਸ਼ਾਪ ਤੇ ਜਾਓ 9 ml ਦਾ ਤੁਸੀਂ ਆਈਲਾਈਨਰ ਦੇਖੋਗੇ 300-400 ਰੁਪਏ ਦਾ, ਔਰ 30-40 ਰੁਪਏ ਦੀ ਐਸਿਡ ਦੀ ਇੰਨੀ ਬੋਟਲ ਮਿਲ ਜਾਂਦੀ ਹੈ, ਜਿਹੜੀ ਕਿ ਕਿਸੇ ਨੂੰ ਵੀ ਲਾਈਫ ਸਪੋਇਲ ਕਰਨ ਲਈ ਸਫੀਸ਼ੀਐਂਟ ਹੈ। ਔਰ ਉਸ ਤੋਂ ਇਲਾਵਾ ਡੋਰੀ ਦੇ ਕੇਸਿਸ ਹੁੰਦੇ ਨੇ, ਲੈਂਡ ਡਿਸਪਿਊਟਸ ਨੇ। ਇਹ ਜਿਹੜਾ ਲక్ష్ਮੀ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਹੁਣ ਜਿਹੜਾ ਕੇਸ ਉਹ ਕਿੰਨੇ ਕੀ ਵੱਧ ਰਹੇ ਨੇ ਲਗਾਤਾਰ, ਕਾਰਨ ਉਹ ਸੇਮ ਹੀ ਹੈ? ਦੇਖੋ ਇਹ ਅੰਦਾਜ਼ਾ ਲਗਾਉਣਾ ਕਿ ਲక్ష్ਮੀ ਦੇ ਕੇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੇਸ ਵਧੇ ਜਾਂ ਘਟੇ ਨੇ, ਇਹ ਬਹੁਤ ਮੁਸ਼ਕਿਲ ਹੈ। ਰੀਜ਼ਨ ਬੀਇੰਗ NCRB ਦਾ ਡੇਟਾ ਜੋ ਰਿਕਾਰਡ ਹੋਣਾ ਸ਼ੁਰੂ ਹੋਇਆ 2013, ਇਸ ਤੋਂ ਪਹਿਲਾਂ ਬਹੁਤ ਹੀ ਦੁਖਦਾਈ ਗੱਲ ਹੈ ਕਿ ਇਸ ਕ੍ਰਾਈਮ ਨੂੰ ਹੀਨੀਅਸ ਮੰਨਿਆ ਹੀ ਨਹੀਂ ਜਾਂਦਾ ਸੀ। ਇਸ ਤੋਂ ਪਹਿਲਾਂ ਇਹਦਾ ਕੋਈ ਸਟੈਟਿਸਟਿਕਸ ਹੀ ਨਹੀਂ ਸੀ ਕਿ ਕਿੰਨੇ ਐਸਿਡ ਅਟੈਕ ਹੋਏ ਨੇ ਜਾਂ ਕਿੰਨੇ ਨਹੀਂ, ਔਰ ਇਹ ਕਹਿ ਪਾਉਣਾ ਕਿ ਕਿੰਨੇ ਕੇਸ ਵਧੇ ਨੇ ਜਾਂ ਘਟੇ ਨੇ ਬਹੁਤ ਮੁਸ਼ਕਿਲ ਹੈ। ਤੁਸੀਂ ਕਾਫੀ ਲੋਕਾਂ ਨੂੰ ਮਿਲੇ ਹੋਗੇ, ਉਹਨੂੰ ਜ਼ਿੰਦਗੀ ਕਿਵੇਂ ਬਸਰ ਕਰ ਰਹੇ ਨੇ ਉਹ ਲੋਕ? ਦੇਖੋ ਐਸਿਡ ਅਟੈਕ ਵਿਕਟਿਮ ਹੋਣਾ ਇੱਕ ਬਹੁਤ ਹੀ, ਮੈਂ ਕਹੂੰਗੀ, ਕਿਸੇ ਸ਼ਰਾਬ ਤੋਂ ਘੱਟ ਨਹੀਂ ਹੈ। ਸਾਡੇ ਦੇਸ਼ ਵਿੱਚ, ਸਾਡੀ ਸੁਸਾਇਟੀ ਵਿੱਚ ਲੜਕੀ ਹੋਣਾ ਹੀ ਬਹੁਤ ਇੱਕ ਦੁਖਦਾਈ ਕਈ ਵਾਰ ਮੰਨਿਆ ਜਾਂਦਾ ਹੈ। ਲੜਕੀ ਹੀ ਕਮਰੇ 'ਚੋਂ, ਆਪਣੇ ਘਰ 'ਚੋਂ ਬਾਹਰ, ਪਰਦੇ 'ਚੋਂ ਨਹੀਂ ਨਿਕਲ ਪਾਉਂਦੀ, ਤਾਂ ਐਸਿਡ ਅਟੈਕ ਵਿਕਟਿਮ ਆਪਣੇ ਘਰ 'ਚੋਂ ਬਾਹਰ ਕਿਵੇਂ ਨਿਕਲੇਗਾ? ਉਹ ਤਾਂ ਆਪਣੇ ਫੈਮਿਲੀ ਲਈ ਬੋਝ ਬਣ ਜਾਂਦਾ ਹੈ। ਉਹਨੂੰ ਸਾਈਕੋਲੋਜੀਕਲ, ਫਿਜ਼ੀਕਲ ਪੇਨ, ਮੈਂਟਲ ਪੇਨ, ਇਕਨੋਮਿਕ, ਸੋਸ਼ਲ ਪ੍ਰੋਬਲਮਸ ਨੂੰ ਫੇਸ ਕਰਨਾ ਪੈਂਦਾ। ਸਾਡੀ ਸੁਸਾਇਟੀ ਜਿੱਥੇ ਵੂਮਨ ਦੀ ਬਿਊਟੀ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ, ਬ੍ਰਾਈਡਲ ਬਿਊਟੀ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਕਿ ਬ੍ਰਾਈਡਲ ਮੇਕਅਪ ਕਰੋ, ਬ੍ਰਾਈਡ ਸ਼ੁੱਡ ਬੀ ਲੁਕਿੰਗ ਬਿਊਟੀਫੁਲ, ਬ੍ਰਾਈਡ ਮੇਕਅਪ ਦੀ ਤਾਂ ਕਦੀ ਗੱਲ ਨਹੀਂ ਹੁੰਦੀ। ਉੱਦਾਂ ਦੀ ਸੁਸਾਇਟੀ ਵਿੱਚ ਅਗਰ ਲੜਕੀ ਤੇ ਐਸਿਡ ਸੁੱਟ ਦਿੱਤਾ ਜਾਏ ਤਾਂ ਯੂ ਕੈਨ ਇਮੈਜਿਨ ਕਿ ਉਹਦੀ ਲਾਈਫ ਵਰਸਟ ਹੋ ਜਾਂਦੀ। ਇਟ ਇਜ਼ ਕਾਈਂਡ ਆਫ ਪਰਪੈਚੁਅਲ ਪੇਨ ਜੋ ਉਹਨੂੰ ਹਮੇਸ਼ਾ ਸਫਰ ਕਰਨੀ ਪੈਂਦੀ ਹੈ। ਪੰਜਾਬ ਦੀ ਗੱਲ ਕੀਤੀ ਜਾਂ ਹਰਿਆਣਾ ਦੀ ਗੱਲ ਕੀਤੀ, ਜਿਵੇਂ ਤੁਸੀਂ ਉੱਤਰਾਖੰਡ ਦੀ ਐਗਜ਼ਾਮਪਲ ਦਿੱਤੀ ਜਾਂ ਚੰਡੀਗੜ੍ਹ ਦੇ ਵਿੱਚ 8000 ਦੇ ਨਾਲ ਗੁਜ਼ਾਰਾ ਹੋ ਰਿਹਾ, ਤੁਹਾਨੂੰ ਲੱਗਦਾ ਕਿ ਕਈ ਤੁਸੀਂ ਸਟੱਡੀ ਕੀਤੀ ਹੋਏਗੀ ਜਿਹੜੇ ਪੀੜਤ ਕੁੜੀਆਂ ਨੇ? ਦੇਖੋ 8000 ਦੇ ਵਿੱਚ ਅੱਜ ਦੇ ਜ਼ਮਾਨੇ ਵਿੱਚ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਅਗਰ ਮੈਂ ਤੁਹਾਨੂੰ ਇੱਕ ਲੁਧਿਆਣੇ ਦੀ ਕੇਸ ਦੀ ਐਗਜ਼ਾਮਪਲ ਦੱਸਾਂ, ਇੱਕ ਲੇਡੀ ਹੈ ਜਿਹਦੇ ਕਿ ਹਸਬੈਂਡ ਨੇ ਉਹਦੇ ਤੇ ਐਸਿਡ ਅਟੈਕ ਕੀਤਾ। ਨਾਓ ਸ਼ੀ ਇਜ਼ ਕਾਈਂਡ ਆਫ ਬੈਡ ਰਿਡਨ, ਉਹਦੇ ਲਈ ਵਾਕ ਕਰਨਾ ਵੀ ਬਹੁਤ ਮੁਸ਼ਕਿਲ ਹੈ, ਉਹਦੀ ਦਵਾਈਆਂ ਦਾ ਖਰਚਾ ਵੀ ਬਹੁਤ ਜ਼ਿਆਦਾ ਹੈ, ਉਹਦੇ 2 ਬੱਚੇ ਨੇ, ਔਰ ਉਹ ਇੱਕ ਰੈਂਟਲ ਘਰ 'ਤੇ ਰਹਿ ਰਹੀ ਹੈ। ਅਗਰ ਤੁਸੀਂ ਉਹਦਾ ਕਿਰਾਇਆ ਕਿਵੇਂ ਕੱਢਣਾ ਹੈ, ਉਹਨੇ ਖਰਚਾ ਕਿਵੇਂ ਕਰਨਾ ਹੈ, ਇਟਸ ਇੰਪੋਸੀਬਲ। ਔਰ ਉਹਨੂੰ ਹਰ ਸਮੇਂ ਇੱਕ ਕਿਸੇ ਨਾ ਕਿਸੇ ਅੱਗੇ ਹੱਥ ਕਰਨੇ ਪੈਂਦੇ ਨੇ ਕਿ ਮੇਰਾ ਕਿਸੇ ਤਰ੍ਹਾਂ ਗੁਜ਼ਾਰਾ ਹੋ ਸਕੇ, ਮੈਂ ਆਪਣੇ ਬੱਚਿਆਂ ਨੂੰ ਕਿਸੇ ਤਰ੍ਹਾਂ ਪਾਲ ਸਕਾਂ। ਮੋਸਟਲੀ ਮੈਰਿਡ ਲੜਕੀਆਂ ਕਿ ਜਾਂ ਅਨਮੈਰਿਡ? ਜ਼ਿਆਦਾਤਰ ਕੇਸਿਸ ਵਿੱਚ ਅਨਮੈਰਿਡ ਲੜਕੀਆਂ ਹੁੰਦੀਆਂ ਨੇ, ਔਰ
ਏਜ ਗਰੁੱਪ ਦੀ ਅਗਰ ਗੱਲ ਕਰਾਂ ਮੈਂ 15 ਤੋਂ 35 ਸਾਲ ਦੀ ਏਜ ਗਰੁੱਪ ਦੇ ਉੱਪਰ ਐਸਿਡ ਅਟੈਕ ਜ਼ਿਆਦਾ ਹੁੰਦਾ ਹੈ ਔਰ ਅਨਮੈਰਿਡ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਅਨਰਿਕ੍ਰੀਟਡ ਲਵ ਇਹ ਜ਼ਿਆਦਾ ਕਾਰਨ ਹੈ। ਕਿਉਂਕਿ ਪਿੱਛੇ ਜੋ ਇਦਾਂ ਦੇ ਜੋ ਕਾਨੂੰਨੀ ਹਰਕਤ ਹੁੰਦੀ ਜਾਂ ਜਿਸ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੇ ਰੇਪਿਸਟ ਉਹਦੇ ਨਾਲ ਪੁਲਿਸ ਵੱਲੋਂ ਇਨਕਾਊਂਟਰ ਵੀ ਕੀਤਾ ਜਾਂਦਾ, ਲੋਕ ਖੜੇ ਹੋ ਜਾਂਦੇ ਕਿ ਇਹ ਵੀ ਤਰੀਕਾ ਗਲਤ ਆ। ਜੇ ਅਸੀਂ ਅਦਾਲਤ ਪਰ ਕਰ ਜਾਂਦੇ ਤਾਂ ਉਹਦੇ 90 ਦਿਨ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰਦੇ, ਉਸ ਤੋਂ ਬਾਅਦ 4-4 5-5 ਸਾਲ ਲੱਗ ਜਾਂਦੇ। ਨਰਬੇ ਦੇ ਮਸਲੇ ਦੇ ਵਿੱਚ ਕਿੰਨੇ ਸਾਲ ਲੱਗ ਗਏ ਹੈਗੇ? ਤੁਹਾਨੂੰ ਲੱਗਦਾ ਕਿ ਕੌਣ ਜ਼ਿੰਮੇਵਾਰ ਆ? ਦੇਖੋ ਇੱਕ ਤਾਂ ਸਾਡੇ ਜੋ ਲਾਜ਼ ਨੇ ਅਸੀਂ ਪ੍ਰੋਸੀਜਰ ਫੋਲੋ ਕਰਦੇ ਹਾਂ, ਹਰੇਕ ਕੇਸ ਦੇ ਵਿੱਚ ਅਸੀਂ ਫਾਸਟ ਟਰੈਕ ਪ੍ਰੋਸੀਜਰ ਨਹੀਂ ਫੋਲੋ ਕਰਦੇ। ਸਾਡੇ ਕੇਸਿਸ ਦੇ ਵਿੱਚ ਪੇਪਰ ਵਰਕ ਬਹੁਤ ਜ਼ਿਆਦਾ ਹੈ, ਇੱਕ ਐਵੀਡੈਂਸ ਇਕੱਠਾ ਕਰਨਾ, ਬਾਰ-ਬਾਰ ਹੀਅਰਿੰਗ ਹੋਣਾ। ਇੱਕ ਸਾਡੀ ਜੁਡੀਸ਼ਰੀ ਦੇ ਵਿੱਚ ਕੇਸਿਸ ਪੈਂਡਿੰਗ ਬਹੁਤ ਨੇ। ਜਦੋਂ ਪੈਂਡੈਂਸੀ ਵੱਧ ਜਾਂਦੀ ਹੈ, ਸਾਡੇ ਟੇਬਲ ਤੇ ਸਾਡੀਆਂ ਫਾਈਲਸ ਵੱਧ ਜਾਂਦੀਆਂ, ਉਹ ਇੱਕ ਇੱਕ ਫਾਈਲ ਨੂੰ ਕਲੀਅਰ ਕਰਨ ਦੇ ਲਈ ਬਹੁਤ ਟਾਈਮ ਲੱਗਦਾ ਹੈ। ਔਰ ਇਹ ਜੁਡੀਸ਼ਰੀ ਨੇ ਇੱਕ ਕੁਝ ਚੀਜ਼ਾਂ ਇਹ ਹੈ ਕਿ ਹਾਂ ਕੁਝ ਸਾਡੇ ਸਿਸਟਮ ਦੇ ਵਿੱਚ ਜ਼ਰੂਰ ਚੇਂਜਸ ਆ ਰਹੀਆਂ ਨੇ ਕਿ ਜੁਡੀਸ਼ੀਅਲ ਆਫੀਸਰਸ ਦੇ ਲਈ ਵੀ ਇਹ ਜ਼ਰੂਰੀ ਹੋ ਗਿਆ ਕਿ ਇੰਨੇ ਕੇਸ ਕੁਝ ਲਿਮਿਟ ਦੇ ਕੇਸ ਜ਼ਰੂਰ ਕੱਢਣੇ ਨੇ ਮਹੀਨੇ ਦੇ ਵਿੱਚ, ਉਹਨਾਂ ਨੂੰ ਫਾਈਲਸ ਨੂੰ ਜ਼ਰੂਰ ਕਲੀਅਰ ਕਰਨਾ ਹੈ। ਉਸ ਚੀਜ਼ ਦੀ ਲਿਮਿਟ ਵਧਾ ਦਿੱਤੀ ਜਾਵੇ ਔਰ ਜੋ ਕਿਤੇ ਖਾਲੀ ਸੀਟ ਹੈ ਜੱਜਿਸ ਦੀ ਜ਼ਿਆਦਾ ਦੇਰ ਤੱਕ ਖਾਲੀ ਨਾ ਰੱਖੀ ਜਾਏ ਔਰ ਜੁਡੀਸ਼ੀਅਲ ਆਫੀਸਰਸ ਦੀ ਤੁਸੀਂ ਪੋਸਟ ਵਧਾ ਸਕਦੇ, ਉਹਦੇ ਨਾਲ ਕੁਝ ਇੰਪਰੂਵਮੈਂਟ ਹੋ ਸਕਦੀ ਹੈ। ਔਰ ਜੋ ਲਾਜ਼ ਨੇ ਪ੍ਰੋਸੀਜਰਲ ਲਾਜ਼ ਉਹਨਾਂ ਨੂੰ ਥੋੜਾ ਈਜ਼ੀ ਕੀਤਾ ਜਾਏ, ਉਹਨਾਂ ਦੇ ਸਟੈਪਸ ਨੂੰ ਥੋੜਾ ਘੱਟ ਕੀਤਾ ਜਾਏ ਤੇ ਜ਼ਿਆਦਾ ਬਿਹਤਰ ਹੋਏਗਾ। ਕੈਜੁਅਲਟੀ ਵੀ ਹੋਈ ਹੈ ਜਦੋਂ ਐਸਿਡ ਅਟੈਕ ਤੋਂ ਬਾਅਦ ਕੁਝ, ਜਾਂ ਡੂਰਿੰਗ ਇਲਾਜ ਟ੍ਰੀਟਮੈਂਟ ਹੋਵੇ ਜਾਂ ਮੌਕੇ ਤੇ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਜੀ? ਕਾਫੀ ਇਦਾਂ ਦੇ ਕੇਸ ਸਾਹਮਣੇ ਆਏ ਨੇ, ਜਿਵੇਂ ਕਿ ਇੱਕ ਯੂਪੀ ਦੇ ਵਿੱਚ ਕਾਫੀ ਕੇਸਿਸ ਨੇ, ਦਿੱਲੀ ਵਿੱਚ ਵੀ ਕਾਫੀ ਕੇਸਿਸ ਨੇ। ਇੱਕ ਤਾਂ ਔਨ ਦਾ ਸਪੌਟ ਕਿਸੇ ਲੜਕੀ ਦੀ ਡੈਥ ਹੋ ਗਈ। ਹੈਰਾਨੀ ਦੀ ਗੱਲ ਹੋਏਗੀ, ਲੁਧਿਆਣਾ ਦਾ ਇੱਕ ਕੇਸ ਹੈ ਹਰਪ੍ਰੀਤ ਕੌਰ ਦਾ, ਅਗਰ ਤੁਸੀਂ ਸੁਣਿਆ ਹੋਵੇ, ਕੁਝ ਸਾਲ ਪਹਿਲਾਂ ਦੀ ਗੱਲ ਹੈ। ਉਹਦੀ ਜਿਸ ਦਿਨ ਉਹਦੀ ਮੈਰਿਜ ਸੀ ਉਸੇ ਦਿਨ ਉਹਦੇ ਤੇ ਐਸਿਡ ਸੁੱਟਿਆ ਗਿਆ ਔਰ 2 ਦਿਨਾਂ ਦੇ ਅੰਦਰ ਅੰਦਰ ਉਹਦੀ ਡੈਥ ਹੋ ਗਈ। ਇੱਕ ਲੜਕੀ ਜਿਹਨੇ ਬ੍ਰਾਈਡ ਬਣਨਾ ਸੀਗਾ, ਉਹ ਇੱਕ ਕਫਨ ਦੇ ਵਿੱਚ ਪੈਕ ਹੋ ਕੇ ਆਈ। ਉਹ ਇਹੋ ਜਿਹੇ ਕੇਸਿਸ ਕਾਫੀ ਨੇ ਔਰ ਕੁਝ 1-2 ਕੇਸਿਸ ਦੇ ਵਿੱਚ ਤਾਂ ਲੜਕੀਆਂ ਨੇ ਸੁਸਾਈਡ ਵੀ ਕਰ ਲਿਆ ਕਿਉਂਕਿ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਪਾਈਆਂ। ਤੁਹਾਡੀ ਕੀ ਮੋਟੇ ਤੌਰ ਤੇ ਜਿਹੜੀ ਸਟੱਡੀ ਕੀਤੀ ਤੁਸੀਂ ਤੇ ਉਹ ਰਿਕਮੈਂਡੇਸ਼ਨ ਕੀ ਰਹੀਆਂ ਇਹਦੇ 'ਚ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਸਾਡੀ ਸੁਸਾਇਟੀ ਨੂੰ ਇਹੋ ਇਕੁਐਲਿਟੀ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਸੈਂਸਿਟਾਈਜ਼ ਕਰਨਾ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੇ ਕ੍ਰਾਈਮ ਸਾਡੀ ਸੁਸਾਇਟੀ 'ਚ ਨਾ ਹੋਣ। ਇੱਕ ਗ੍ਰਾਸ ਰੂਟ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਇੰਪਰੂਵਮੈਂਟ ਚਾਹੀਦੀ ਹੈ। ਔਰ ਜਦੋਂ ਵੀ ਕੋਈ ਪੁਲਿਸ ऑफिशियल या जुडिशियल ऑफिशियल या पॉलिसी मेकर ਈਵਨ ਮਿਨਿਸਟਰਸ ਕੁਝ ਕੰਮ ਕਰਦੇ ਸੋਸਾਇਟੀ ਨੂੰ ਚੇਂਜ ਕਰਨ ਲਈ, ਇਹੋ ਜਿਹੇ ਵਿਕਟਿਮਸ ਨੂੰ ਹੈਲਪ ਕਰਨ ਲਈ, ਤੇ ਐਜ਼ ਅ ਪ੍ਰੋ ਵਿਕਟਿਮ ਹੋ ਕੇ ਸੋਚਣ ਕਿ ਖੁਦ ਕਿ ਅਗਰ ਉਸ ਜਗ੍ਹਾ ਤੇ ਹੋ ਕੇ ਅਸੀਂ ਹੋਈਏ ਤੇ ਅਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਕਿਵੇਂ ਖਤਮ ਕਰੀਏ। ਸੈਕੰਡਲੀ ਇੰਪਲੀਮੈਂਟੇਸ਼ਨ ਆਫ ਲਾਜ਼ ਆਰ ਮਸਟ। ਲਾਜ਼ ਬਣਾਏ ਗਏ ਨੇ ਤਾਂ ਉਹਨਾਂ ਨੂੰ ਇੰਪਲੀਮੈਂਟ ਵੀ ਕਰੋ। ਹਰ ਇੱਕ ਇਨਸਾਨ ਨੂੰ ਆਪਣੀ ਡਿਊਟੀ ਸਮਝਣ ਦੀ ਜ਼ਰੂਰਤ ਹੈ। ਮੇਰੇ ਤੋਂ ਲੈ ਕੇ ਤੁਹਾਡੇ ਤੱਕ, ਤੁਹਾਡੇ ਤੋਂ ਲੈ ਕੇ ਉੱਪਰ ਤੋਂ ਉੱਪਰ ਤੱਕ ਹਰੇਕ ਇਨਸਾਨ ਅਗਰ ਆਪਣੀ ਡਿਊਟੀ ਸਮਝੇਗਾ ਕਿ ਅਸੀਂ ਇਸ ਸੁਸਾਇਟੀ ਨੂੰ ਇੰਪਰੂਵ ਕਰਨਾ ਹੈ, ਹਰ ਦਿਨ ਇੰਪਰੂਵ ਕਰਨਾ ਹੈ, ਤੇ ਇਸ ਸੁਸਾਇਟੀ ਵਿੱਚ ਤੇਜ਼ਾਬੀ ਸੋਚ ਜ਼ਰੂਰ ਖਤਮ ਹੋ ਜਾਏਗੀ। ਹੋਰ ਤੁਸੀਂ ਕਿਉਂਕਿ ਏਸ਼ੀਅਨ ਕੰਟਰੀ ਦੀ ਗੱਲ ਕੀਤੀ ਹੈ, ਪਾਕਿਸਤਾਨ ਦੀ, ਬੰਗਲਾਦੇਸ਼ ਦੀ ਹੋ ਗਈ, ਨੇਪਾਲ ਦੀ ਹੋ ਗਈ, ਯੂਕੇ ਦੀ ਗੱਲ ਕੀਤੀ, ਅਮਰੀਕਾ ਦੀ ਗੱਲ ਕੀਤੀ, ਕਿ ਪਰ ਜਦੋਂ ਔਰਤਾਂ ਦੇ ਖਿਲਾਫ ਜਿਹੜੇ ਅਤਿਆਚਾਰ ਹੁੰਦੇ, ਜਿਵੇਂ ਅਰਬ ਕੰਟਰੀ ਦੀ ਗੱਲ ਕਰਦੇ ਨੇ, ਉਹ ਉੱਥੇ ਜ਼ੀਰੋ ਟੋਲਰੈਂਸ ਆ। ਉਹ ਤੁਹਾਨੂੰ ਕੀ ਲੱਗਦਾ ਹੈਗਾ ਕਿ ਇੰਨੇ ਜ਼ਿਆਦਾ ਸਖਤ ਕਾਨੂੰਨ, ਡਰ ਬਹੁਤ ਜ਼ਰੂਰੀ ਹੋਣਾ ਚਾਹੀਦਾ, ਖੌਫ ਹੋਣਾ ਚਾਹੀਦਾ? ਦੇਖੋ ਲਾਜ਼ ਦਾ ਡੈਟਰੈਂਟ ਇਫੈਕਟ ਤਾਂ ਜ਼ਰੂਰੀ ਹੈ। ਕੋਈ ਵੀ ਕੰਮ ਅਗਰ ਦੇਖੋ ਡਰ ਔਰ ਇੱਕ ਸਮਝ, 2 ਚੀਜ਼ਾਂ ਬਹੁਤ ਜ਼ਰੂਰੀ ਹੈ। ਅਗਰ ਤੁਹਾਨੂੰ ਕਿਸੇ ਚੀਜ਼ ਦਾ ਡਰ ਹੈ ਤਾਂ ਤੁਸੀਂ ਗਲਤੀ ਨਹੀਂ ਕਰੋਗੇ। ਔਰ ਇੱਕ ਚੀਜ਼ ਨੂੰ ਸਮਝਣਾ, ਇਸ ਲਈ ਮੈਂ ਕਿਹਾ ਕਿ ਲਾਜ਼ ਦੀ ਇੰਪਲੀਮੈਂਟੇਸ਼ਨ ਵੀ ਜ਼ਰੂਰੀ ਹੈ, ਡੈਟਰੈਂਟ ਇਫੈਕਟ ਵੀ ਜ਼ਰੂਰੀ ਹੈ, ਔਰ ਸਮਝ ਕੇ ਆਪਣੇ ਆਪ ਨੂੰ ਸੈਂਸਿਟਾਈਜ਼ ਕਰਕੇ ਜੀਣਾ ਵੀ ਬਹੁਤ ਜ਼ਰੂਰੀ ਹੈ। ਇਹ ਕੰਟਰੀਜ਼ ਜੋ ਅਰਬ ਕੰਟਰੀਜ਼ ਨੇ, ਇਹਨਾਂ ਚੀਜ਼ਾਂ ਨੂੰ ਸਮਝਦੀਆਂ, ਇਕੁਐਲਿਟੀ ਨੂੰ ਸਮਝਦੀਆਂ, ਔਰ ਇੱਕ ਤਰ੍ਹਾਂ ਨਾਲ ਕਿ ਸੇਫ ਸੁਸਾਇਟੀ ਨੂੰ ਸੇਫ ਬਣਾਉਣਾ, ਉਹਨਾਂ ਨੂੰ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਸਾਡੇ ਲਾਜ਼ ਬਣਦੇ ਨੇ ਪੁਰਾਣੇ ਸਮੇਂ ਦੇ ਬਣੇ ਹੋਏ ਨੇ, ਜਿਵੇਂ ਜਿਵੇਂ ਸੁਸਾਇਟੀ ਚੇਂਜ ਹੁੰਦੀ ਹੈ, ਮਾਡਰਨਾਈਜ਼ ਹੁੰਦੀ ਹੈ, ਸਾਡੇ ਲਾਜ਼ ਨੂੰ ਵੀ ਮਾਡਰਨਾਈਜ਼ ਹੋ ਕੇ ਕਿਆ ਨਈ ਨਿਊ ਪ੍ਰੋਬਲਮਸ ਨੇ, ਜਿਵੇਂ 2013 ਦੇ ਵਿੱਚ ਅਮੈਂਡਮੈਂਟ ਹੋਈ, ਹਰ 10 ਸਾਲ ਬਾਅਦ ਰਿਵਿਊ ਹੋਣੇ ਬਹੁਤ ਜ਼ਰੂਰੀ ਨੇ। ਰਿਵਿਊ ਕਰੋ ਕਿ ਕਿਆ ਅਸੀਂ ਜਿਹੜੇ ਲਾਜ਼ ਬਣਾਏ ਆ ਉਹਨਾਂ ਦਾ ਡੈਟਰੈਂਟ ਇਫੈਕਟ ਹੋਇਆ, ਕਿਆ ਕ੍ਰਾਈਮ ਰੇਟ ਘਟਿਆ। ਅਗਰ ਕ੍ਰਾਈਮ ਰੇਟ ਨਹੀਂ ਘਟ ਰਿਹਾ ਦੈਨ ਯੂ ਨੀਡ ਟੂ ਰਿਵਿਊ ਐਂਡ ਰਿਵਾਈਜ਼ ਦ ਲਾਜ਼।
ਕਈ ਲੜਕੀਆਂ ਤੇ ਕਾਫੀ ਐਜੂਕੇਟਡ ਮੋਸਟਲੀ ਗ੍ਰੈਜੂਏਸ਼ਨ ਹੋ ਜਾਂ ਪਲੱਸ 2 ਨੇ, ਤੁਹਾਨੂੰ ਲੱਗਦਾ ਕਿ ਗਵਰਨਮੈਂਟ ਨੂੰ ਉਹਨਾਂ ਨੂੰ ਪੈਨਸ਼ਨ ਦੇਣ ਤੋਂ ਇਲਾਵਾ ਸਰਕਾਰੀ ਡਿਪਾਰਟਮੈਂਟ 'ਚ ਅਕੋਮੋਡੇਟ ਕੀਤਾ ਜਾ ਸਕਦਾ? ਦੇਖੋ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੌਬਸ ਦੇਣੀਆਂ ਐਸਿਡ ਅਟੈਕ ਵਿਕਟਿਮਸ ਨੂੰ ਬਹੁਤ ਜ਼ਰੂਰੀ ਹੈ। ਦਿੱਲੀ ਦੀ ਇੱਕ ਬਹੁਤ ਅੱਛੀ ਐਗਜ਼ਾਮਪਲ ਹੈ ਦਿੱਲੀ ਲੀਗਲ ਸਰਵਿਸਿਜ਼ ਅਥਾਰਟੀ ਦੀ, ਜਿੱਥੇ ਉਹਨਾਂ ਨੇ ਐਸਿਡ ਅਟੈਕ ਵਿਕਟਿਮਸ ਨੂੰ ਜੌਬ ਦਿੱਤੀ। ਅਗਰ ਮੈਂ ਪੰਜਾਬ ਸਟੇਟ ਲੀਗਲ ਸਰਵਿਸਿਜ਼ ਦੀ ਗੱਲ ਕਰਾਂ, ਉੱਥੇ ਇੱਕ ਐਸਿਡ ਅਟੈਕ ਵਿਕਟਿਮ ਨੂੰ ਅਸੀਂ ਕੁਝ, ਜਦੋਂ ਮੈਂ ਉਸ ਡਿਪਾਰਟਮੈਂਟ ਸੀ, ਕੁਝ ਹੈਲਪ ਕਰ ਪਾਈ ਔਰ ਉਹ ਇਸ ਵੇਲੇ ਐਜ਼ ਏ ਪੈਰਾਲੀਗਲ ਵਲੰਟੀਅਰ ਜੌਬ ਕਰ ਰਹੀ ਹੈ, ਪਰ ਉਹ ਰੈਗੂਲਰ ਤਾਂ ਨਹੀਂ ਹੈ, ਫਿਰ ਵੀ ਕਾਫੀ ਸਪੋਰਟ ਹੈ। ਸਾਡੇ ਦੇਸ਼ ਵਿੱਚ ਆਲ ਓਵਰ ਇੰਡੀਆ 'ਚ ਹੀ ਮੈਂ ਇਹ ਚਾਹੁੰਦੀ ਹਾਂ ਕਿ ਜਿਵੇਂ ਦਿੱਲੀ ਲੀਗਲ ਸਰਵਿਸਿਜ਼ ਅਥਾਰਟੀ ਨੇ ਗਵਰਨਮੈਂਟ ਜੌਬ ਦਿੱਤੀਆਂ ਐਸਿਡ ਅਟੈਕ ਵਿਕਟਿਮਸ ਨੂੰ, ਉਵੇਂ ਹੀ ਸਾਡੇ ਪੂਰੇ ਦੇਸ਼ ਨੂੰ ਇਹੋ ਜਿਹੇ ਵਿਕਟਿਮਸ ਨੂੰ ਜ਼ਰੂਰ ਜੌਬ ਦੇਣੀਆਂ ਚਾਹੀਦੀਆਂ। ਬਹੁਤ ਬਹੁਤ ਧੰਨਵਾਦ। ਹਾਂਜੀ, ਥੈਂਕ ਯੂ। ਡਾਕਟਰ ਨਵਪ੍ਰੀਤ ਕੌਰ ਜਿਨ੍ਹਾਂ ਨੇ ਆਪਣੀ ਬੁੱਕ ਲਿਖੀ ਆ, ਔਰ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਕਿ ਅਸੀਂ ਔਰਤ ਨੂੰ ਸ਼ਕਤੀ ਕਹਿੰਦੇ ਆ, ਦੇਵੀ ਕਹਿੰਦੇ ਆ, ਕੰਜਕਾਂ ਵੀ ਕਹਿੰਦੇ ਨੇ, ਪੂਜਦੇ ਵੀ ਆ, ਤੇ ਬਾਬੇ ਨਾਨਕ ਨੇ ਵੀ ਕਿਹਾ ਸੀ ਸੋ ਕੋ ਮੰਦਾ ਆਖੀਏ ਜਿਤ ਜਮੇ ਰਜਾਨ, ਤੇ ਫਿਰ ਇਹ ਬੁਰਾਈਆਂ ਕਿਉਂ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਵੀ ਨਿਊਜ਼, ਚੰਡੀਗੜ੍ਹ।